students. So now let us continue with our urgent need for self-esteem. So we were discussing the 6 pillars of self-esteem. Yeah, so how can we develop self-esteem? ਜਿਸ ਤਰ੍ਹਾਂ ਕਿ ਇੱਕ ਪਿਲਰ ਤੋਂ ਬਿਨਾਂ ਜਿਹੜੀ ਬਿਲਡਿੰਗ ਹੈ ਉਹ ਖੜੀ ਨਹੀਂ ਰਹਿ ਸਕਦੀ, ਇਸੇ ਤਰ੍ਹਾਂ ਦੇ ਨਾਲ self esteem depends on these 6 things. Without these 6 things you cannot develop self esteem. ਕਿ ਇਹ ਜਿਹੜੇ 6 ਸਤੰਭ ਹੈਗੇ ਆ self esteem ਦੇ. ਸੋ ਦੇਖੋ ਇਹਨਾਂ ਨੂੰ. So over 3 decades of study and of working with people have persuaded me that there are 6 pillars on which healthy self-esteem depends. So if you have cultivated these 6 qualities, then only you can have self-esteem. Okay, ਹੁਣ ਇਸ ਤੋਂ ਦੇਖੋ, ਇਸ ਤੋਂ ਉੱਪਰ ਵਾਲੇ ਪੈਰਾਗ੍ਰਾਫ 'ਚ ਉਹਨੇ ਕੀ ਦੱਸਿਆ ਸੀ? To attain success without attaining positive self-esteem is to be condemned. ਇਸ ਤੋਂ ਉੱਪਰ ਉਹਨੇ ਕੀ ਲਿਖਿਆ ਸੀਗਾ? ਦੇਖੋ, self-esteem is an intimate experience. It resides in the core of one's being. So ਇਸ ਪੈਰਾ ਦੇ ਵਿੱਚ ਉਹਨੇ ਖਾਸ ਤੁਹਾਨੂੰ ਕੀ ਦੱਸਿਆ ਸੀ ਕਿ ਬਾਹਰੋਂ ਦੀ ਕਿਸੇ ਦੇ ਵਿੱਚ ਵੀ self esteem ਨਹੀਂ ਭਰੀ ਜਾ ਸਕਦੀ. Sometimes your parents may be very supportive. Sometimes your friends may want you to be equipped with self esteem. They may want you to have self esteem. ਤੇ ਪੇਰੈਂਟਸ ਤਾਂ ਹਮੇਸ਼ਾ ਹੀ ਚਾਹੁੰਦੇ ਹੁੰਦੇ ਕਿ ਬੱਚੇ ਦੇ ਵਿੱਚ ਕੀ ਹੋਵੇ? ਸੈਲਫ ਐਸਟੀਮ ਹੋਵੇ. ਪਰ ਉਹਨੇ ਖਾਸ ਇੱਕ ਗੱਲ 'ਤੇ ਜ਼ੋਰ ਦਿੱਤਾ ਸੀ, ਜਿਹੜੇ 6 ਪਿਲਰਸ ਤੋਂ ਉੱਪਰ ਵਾਲੇ ਜਿਹੜਾ 2 ਪੈਰਾਸ ਹੈ, ਉਹਨੇ ਕਿਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਬਾਹਰੋਂ ਦੀ ਕੋਈ ਵੀ ਤੁਹਾਡੇ ਵਿੱਚ ਸੈਲਫ ਐਸਟੀਮ ਨਹੀਂ ਭਰ ਸਕਦਾ. ਉਹਨੇ ਤੁਹਾਨੂੰ ਖਾਸ ਕੀ ਗੱਲ ਕਹੀ ਸੀ ਕਿ ਦੇਖੋ, ਜਿਹੜਾ 6 ਪਿਲਰਸ ਆਫ ਸੈਲਫ ਐਸਟੀਮ ਤੋਂ ਉੱਪਰ ਵਾਲਾ ਜਿਹੜਾ ਪੈਰਾ ਹੈਗਾ, ਉਹਦੇ ਵਿੱਚ ਲਾਸਟ ਲਾਈਨ ਦੇਖੋ, ਦ ਐਕਲੇਮ ਆਫ ਅਦਰਸ ਡਜ਼ ਨਾਟ ਕ੍ਰੀਏਟ ਆਵਰ ਸੈਲਫ ਐਸਟੀਮ. ਸੋ ਬਾਹਰ ਦੇ ਲੋਕ ਭਾਵੇਂ ਜਿੰਨੀ ਮਰਜ਼ੀ ਸਾਡੇ ਵਾਸਤੇ ਤਾੜੀਆਂ ਮਾਰੀ ਜਾਣ, ਭਾਵੇਂ ਉਹ ਸਾਡੇ ਵਾਸਤੇ ਕਿੰਨੀ ਵੀ ਵੱਡੀ ਰਾਏ, ਉੱਚੀ ਰਾਏ ਕਿਉਂ ਨਾ ਰੱਖਣ, ਪਰ ਉਹਨਾਂ ਦੀ ਰਾਏ ਦੇ ਨਾਲ ਸਾਡੇ ਵਿੱਚ ਸੈਲਫ ਐਸਟੀਮ ਨਹੀਂ ਆ ਸਕਦੀ. ਯੋਰ ਪੇਰੈਂਟਸ ਮੇ ਇਨਕਰੇਜ ਯੂ ਨੋ ਐਂਡ ਬਟ ਦੇ ਕੈਨੋਟ ਇਨਫਿਊਜ਼ ਯੂ ਵਿਦ ਸੈਲਫ ਐਸਟੀਮ ਫਰੋਮ ਦਾ ਆਊਟਸਾਈਡ. ਕਿ ਬਾਹਰੋਂ ਦੀ ਤੁਹਾਡੇ ਵਿੱਚ ਸੈਲਫ ਐਸਟੀਮ ਕੋਈ ਨਹੀਂ ਭਰ ਸਕਦਾ. ਦੂਜਿਆਂ ਦੀਆਂ ਤਾੜੀਆਂ ਤੁਹਾਡੇ ਵਿੱਚ ਸੈਲਫ ਐਸਟੀਮ ਨਹੀਂ ਲਿਆਉਂਦੀਆਂ, ਮਤਲਬ ਕੌਨਫੀਡੈਂਸ ਜਿਹੜਾ ਹੈਗਾ. ਫਿਰ ਹੁਣ ਆ ਜਿਹੜੇ 6 ਪਿਲਰਸ ਹੈ, ਇਹ ਕੀ ਦੱਸੇਗਾ ਕਿ ਬਾਹਰੋਂ ਦੀ ਤਾਂ ਕੋਈ ਤੁਹਾਡੇ ਵਿੱਚ ਨਹੀਂ ਭਰ ਸਕਦਾ, ਭਾਵੇਂ ਤੁਹਾਡੇ ਪੇਰੈਂਟਸ ਕਿੰਨਾ ਵੀ ਤੁਹਾਨੂੰ ਇਨਕਰੇਜ ਕਿਉਂ ਨਾ ਕਰਨ, ਤੁਹਾਡੇ ਫਰੈਂਡਸ ਕਿੰਨਾ ਵੀ ਕਰਨ, ਕਿਉਂਕਿ ਉਹ ਕੀ ਕਹਿੰਦਾ ਕਿ ਜਿਹਦੇ ਵਿੱਚ ਅੰਦਰੋਂ ਦੀ ਸੈਲਫ ਐਸਟੀਮ ਨਹੀਂ ਹੈ, ਉਹਨੂੰ ਭਾਵੇਂ ਜਿੰਨੀਆਂ ਮਰਜ਼ੀ ਕੋਈ ਬਾਹਰੋਂ ਦੀ ਤਾੜੀਆਂ ਮਾਰੀ ਜਾਵੇ, ਉਹਨੂੰ ਹਮੇਸ਼ਾ ਕੀ ਲੱਗਦਾ ਰਹਿੰਦਾ ਕਿ ਲੋਕ ਮੇਰੇ ਕਿਉਂ ਤਾਲੀਆਂ ਮਾਰ ਰਹੇ, ਜਾਂ ਲੋਕ ਮੈਨੂੰ ਕਿਉਂ ਮੇਰੀ ਪ੍ਰਸ਼ੰਸਾ ਕਰ ਰਹੇ ਹੈ, ਜਾਂ ਕਿਉਂ ਵਾਹ ਕਰ ਰਹੇ ਹੈ, ਕਿ ਸ਼ਾਇਦ ਇਹਨਾਂ ਨੂੰ ਗਲਤੀ ਲੱਗ ਰਹੀ ਹੈ, ਕਿਉਂਕਿ ਅੱਜ ਨਾ ਕੱਲ੍ਹ ਮੇਰੀ ਨਲਾਇਕੀ ਦਾ ਰਾਜ਼ ਖੁੱਲ੍ਹ ਜਾਣਾ ਐਂਡ ਦੈਨ ਪੀਪਲ ਵਿਲ ਨਾਟ ਲਾਈਕ ਮੀ. ਸੋ ਇਸ ਕਰਕੇ ਕਿ ਬਾਹਰੋਂ ਦੀ, ਸੋ ਭਾਵੇਂ ਜਿੰਨਾ ਮਰਜ਼ੀ ਕੋਈ ਕਹੀ ਜਾਵੇ, ਤੁਹਾਨੂੰ ਆਪਣੇ ਉੱਤੇ ਤੁਹਾਡੇ ਵਿੱਚ ਸੈਲਫ ਐਸਟੀਮ ਨਹੀਂ ਆ ਸਕਦੀ, ਹਾਈ ਸੈਲਫ ਐਸਟੀਮ. ਸੋ ਹੁਣ ਉਹ ਅੱਗੇ 6 ਪਿਲਰਸ ਵਿੱਚ ਕੀ ਦੱਸੇਗਾ ਕਿ ਇਹਨਾਂ ਚੀਜ਼ਾਂ ਦੇ ਨਾਲ ਜੇ ਤੁਸੀਂ ਇਹ ਵਾਲੀਆਂ ਚੀਜ਼ਾਂ ਕਰੋਗੇ, ਫਿਰ ਤੁਹਾਡੇ ਵਿੱਚ ਸੈਲਫ ਐਸਟੀਮ ਆ ਸਕਦੀ ਹੈ. ਸੋ ਇਟ ਕੈਨ ਨਾਟ ਬੀ ਇਨਸਰਟਿਡ ਫਰੋਮ ਦਾ ਆਊਟਸਾਈਡ, ਬਟ ਯੂ ਕੈਨ ਡਿਵੈਲਪ ਇਟ ਫਰੋਮ ਇਨਸਾਈਡ if you adopt these 6 things, ਜਿਹੜੇ 6 ਪਿਲਰਸ ਹੈਗੇ. ਦੇਖੋ, ਫਸਟ ਹੈਗਾ ਲਿਵਿੰਗ ਕੌਨਸ਼ੀਅਸਲੀ. ਕਿ ਤੁਸੀਂ ਜੇ ਕੌਨਸ਼ੀਅਸਲੀ ਚ ਰਹਿਣ ਦਾ ਮਤਲਬ ਇਹ ਹੈਗਾ, ਟੂ ਲਿਵ ਕੌਨਸ਼ੀਅਸਲੀ ਮੀਨਸ ਕਿ ਯੂ ਸ਼ੁੱਡ ਬੀ ਵੈਰੀ ਕਲੀਅਰ ਅਬਾਊਟ ਯੋਰ ਗੋਲਸ ਇਨ ਲਾਈਫ. ਮੋਸਟ ਆਫ ਅਸ ਜਸਟ ਵਾਈਲ ਅਵੇ ਆਵਰ ਟਾਈਮ. ਕਿ ਸਪੋਜ਼ ਦਾਖਲਾ ਲਿਆ ਹੋਇਆ ਕਾਲਜ ਵਿੱਚ, ਆ ਗਏ, ਕਲਾਸਾਂ ਲਗਾ ਲਈਆਂ, ਘਰ ਜਾ ਕੇ ਖਾਣਾ ਖਾ ਲਿਆ, ਫਿਰ ਥੋੜ੍ਹਾ ਜਿਹਾ TV ਦੇਖ ਲਿਆ, ਫਿਰ ਸੌਂ ਗਏ. ਸੋ ਇਹ ਕੀ ਹੈਗਾ? that means you are not living consciously. living consciously ਦਾ ਮਤਲਬ ਕੀ ਹੁੰਦਾ ਕਿ ਹਮੇਸ਼ਾ ਆਪਣੇ ਗੋਲਸ ਨੂੰ ਧਿਆਨ ਦੇ ਵਿੱਚ ਰੱਖ ਕੇ ਹਰ ਕੰਮ ਨੂੰ ਕੀਤਾ ਜਾਏ. ਦੇਖੋ, ਹੁਣ ਮੈਂ ਜਸਟ ਰੀਡ ਇਟ ਆਊਟ. ਟੂ ਲਿਵ ਕੌਨਸ਼ੀਅਸਲੀ ਇਜ਼ ਟੂ ਬੀ ਪ੍ਰੈਜ਼ੈਂਟ ਟੂ ਵਾਟ ਵੀ ਆਰ ਡੂਇੰਗ. ਸੋ ਜਦੋਂ ਆਪਾਂ ਟੂ ਲਿਵ ਕੌਨਸ਼ੀਅਸਲੀ ਦਾ ਮਤਲਬ ਕੀ ਹੈ ਕਿ ਜੋ ਵੀ ਆਪਾਂ ਕਰ ਰਹੇ ਹਾਂ ਉਹ ਪੂਰੀ ਉਹਦੇ ਵਿੱਚ ਆਪਣੀ ਧਿਆਨ ਦੇ ਨਾਲ ਕਰੀਏ, ਪ੍ਰੈਜ਼ੈਂਸ ਨਾਲ, ਸੁੱਤੇ ਸਿੱਧ ਨਾਲ ਕੁਝ ਵੀ ਕਰੀਏ. To seek to understand whatever bears on our interests, values and goals, to be aware both of the world external to self
एंड ऑल्सो टू द वर्ल्ड विद इन। सो हर चीज़ सोच समझ के कि जो भी मैं कर रही हाँ या कर रहा वो मेरे मैनू मंजिल के किन्नी क नेड़े लेके जा रहा है। सो फोकस्ड जे तुसीं रहोगे दैन यू विल हैव हाई सैल्फ एस्टीम। अदरवाइज सारा दिन किसी तरह का बिताना हर कोई बिता लेंदा है, पर इफ़ यू लिव कॉन्शियसली फिर की है तुहानू पता है कि तुहाडे वाले गोल्स है और जिहड़े तुहानू अपनी मंजिल के नेड़े लेके जाते उही काम करने हैं। नैक्सट देखो, नैक्सट इज़ सैल्फ एक्सैप्टेंस। ये एक होर चीज़ है जिहड़ी कि तुसी जे अपने जे तुसी अपना लोगे फिर तुहाडे अंदर सैल्फ एस्टीम आ सकती है, बाहरों तो कोई भर नहीं सकता जे आपां कर चुके हैं। सो सैल्फ एक्सैप्टेंस का मतलब की है कि अपने आप नू एक्सैप्ट करो, स्वीकार करो। सैल्फ एक्सैप्टेंस कि मेरे विच गुण भी ये हैगे है, कमियां भी हैगियां। क्लियर। सो अपने आप नू एक्सैप्ट करना। टू बी सैल्फ एक्सैप्टिंग इज़ टू ओन एंड एक्सपीरियंस विदाउट डिनाइल और डिसओनिंग द रियलिटी ऑफ आवर थाट्स, इमोशंस एंड एक्शनस। सो ये विदाउट डिनाइल का मतलब की है कि कई बार असी खुद नू मनन नू तैयार नहीं होंगे कि साडे विच कमी है, असी कमियां नू डिसओन करते हैं। पर वो की कहता है कि अपनियां जिहड़ियां तुहाडे जिहड़े विचार है और तुहाडे जिहड़ियां थॉट्स विचार हो गए, इमोशंस की हो गया भावनावां, तो एक्शनस की हो गए जिहड़े तुसी कोई काम करते हो, तुसी उन्हां नू एक्सैप्ट करो कि साडियां इमोशंस हैगियां, ठीक है, उन्हां नू नकारो ना। To be respectful and compassionate toward ourselves even when we do not admire or enjoy some of our feelings or decisions। इसी तरह ਦੇ ਨਾਲ खुद ਦਾ ਸਤਿਕਾਰ ਕਰੋ ਤੇ खुद ਵਾਸਤੇ ਦਇਆ ਕਰੋ। ਇਹ ਬਹੁਤ ਵਾਰੀ ਅਸੀਂ ਕਦੋਂ ਅਸੀਂ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਆ ਜਾਂਦੇ ਜਦੋਂ ਅਸੀਂ ਕੀ ਸੋਚਣ ਲੱਗ ਪੈਂਦੇ ਕਿ ਅਸੀਂ ਕਿਸੇ ਕੰਮ ਦੇ ਨਹੀਂ ਆ, ਸਾਡੇ ਕੋਲ ਕੁਝ ਵੀ ਨਹੀਂ ਹੋ ਰਿਹਾ। ਇਹ ਸੋ ਅਸੀਂ ਕਈ ਵਾਰੀ ਦੂਸਰਿਆਂ ਦੀ ਫੇਲੀਅਰ ਨੂੰ ਤਾਂ ਅਸੀਂ समझते हाँ तो उन्होंने सलाह भी देंगे, पर बहुत बारी असी की नहीं कर पाते। जे आप किसी चीज़ च सफल नहीं हो पाते तो उन्होंने उस चीज़ को आप स्वीकार नहीं कर पाते, अपने आप को लानता पाते रहने हैं। जिन्नी आप अपने आप को कोसांगे, लानता पावांगे, उन्नी साडी सैल्फ एस्टीम की हो जाएगी, नीचे चली जाएगी। सो इस करके अपनी इज्जत करो, बेशक तुसी कई चीज़ों में नहीं सफल होए, अपने ते दया करो, अपने आप को बहुत ज़्यादा कंडैम ते क्रिटिसाइज़ ना करो, क्योंकि ये की हैगा ये सैल्फ एस्टीम फिर नीचे ही नीचे जाई जाएगी। टू रिफ्यूज़ टू बी इन एन एडवर्सेरियल और रिजैक्टिंग रिलेशनशिप टू आवरसेल्व्स। सो रिजैक्टिंग रिलेशनशिप का मतलब की हुंदा जदों असीं खुद नूं ही स्वीकार नहीं कर पाते, सानूं खुद तो ही कोफत होण लग पैंदी है, नफरत होण लग पैंदी है। इसी तरह एडवर्सेरियल का भी यही मतलब है कि खुद दे असीं की बन जाने एडवर्सरी, खुद दे दुश्मन बन के असीं अपने आप नूं ही लानता पाते रहने हैं। सो अपने आप को स्वीकारो, रिजैक्ट ना करो। नैक्सट इज़ थर्ड देखो, सैल्फ रिस्पॉन्सिबिलिटी। टू बी सैल्फ रिस्पॉन्सिबल इज़ टू रैकगनाइज दैट वी आर द ऑथर्स ऑफ आवर चॉइसिस एंड एक्शंस। सो टू बी सैल्फ रिस्पॉन्सिबल का मतलब की है कि जो अपनी खुद की जिम्मेवारी मन के चलो कि वी आर द ऑथर ऑफ आवर चॉइसिस एंड एक्शंस, कि असी अपने जो भी असी चूज़ करते हैं उन्होंने ये ना कहो कि मैनू तो मेरी फ्रेंड ने कहता सी मैं भी ये सब्जैक्ट रख लिया, यार गलती हो गई। सो बहुत साढ़े चो मेजोरिटी इदां दे हैगे कि जिहड़ी साढ़े तो गलती हुई हुंदी असीं झट दूजे दे उपर पाउण दी कोशिश करते हैं। कई लोग शेयर्स विच पैसा लगांदे, बाद दे विच की कही जांदे उहने मैनू फलाने ने कहा सीगा इस करके मेरे पैसे डुब गए। ये बहुत मैनी ऑफ अस डू दिस, ठीक है, असीं वी पास ऑन द ब्लेम टू द अदर परसन। सो की कहंदा कि अपने खुद नूं मनो कि असी साडी चॉइस है साडी, और इहदा नतीजा भी असी ही भुगतांगे क्योंकि असी डिसीजन लिया है। पर बहुत बारी असी की करते हैं कि जदों साडा गलत हो जाता निर्णय असी कहने फलाने ने कहा सीगा तद मैं इदां कीता। सो दैट वी मस्ट बी द अल्टीमेट सोर्स ऑफ आवर ओन फुलफिलमेंट। सो जदों तुसीं ये मनोगे कि खुद असी अपनी चॉइस अपनी एक्शन खुद करते हैं तो फिर तुसीं की मनोगे कि असी खुशी ते जिहड़ी अचीवमेंट है वो भी असी अपने तो ही हासिल करनी है। दैट नैक्सट देखो हम नैक्सट पेज।
So here are the three others that that no one is coming to make our life right for us or make us happy or give us self esteem. So ਜਦੋਂ ਇਸ ਚੀਜ਼ ਨੂੰ ਮੰਨ ਕੇ ਚੱਲੋਗੇ ਕਿ ਮੇਰੇ ਡਿਸੀਜਨਸ ਹੈ ਸਾਰੇ, ਤੇ ਫਿਰ ਇਹ ਵੀ ਤੁਹਾਨੂੰ ਸਮਝ ਆ ਜਾਊਗੀ ਕਿ ਖੁਦ ਨੂੰ ਖੁਸ਼ੀ ਵੀ ਤੁਸੀਂ ਖੁਦ ਹੀ ਦੇ ਸਕਦੇ ਹੋ, ਨਾ ਕਿ ਔਰ ਸੈਲਫ ਐਸਟੀਮ ਵੀ ਤੁਸੀਂ ਆਪਣੇ ਦੇ ਵਿੱਚ ਆਪ ਹੀ ਭਰ ਸਕਦੇ ਹੋ। ਸੈਲਫ ਅਸਰਟ ਨੈਕਸਟ ਪੁਆਇੰਟ ਦੇਖੋ ਹੁਣ ਪੇਜ ਨੰਬਰ 42। ਸੋ ਪਹਿਲੇ 3 ਆ ਗਏ ਕਿ ਜੇ ਤੁਸੀਂ ਸੈਲਫ ਐਸਟੀਮ ਨਾਲ ਖੁਦ ਨੂੰ ਲਬਰੇਜ਼ ਕਰਨਾ ਚਾਹੁੰਦੇ ਹੋ, ਭਰਨਾ ਚਾਹੁੰਦੇ ਹੋ, ਦੈਨ ਯੂ ਸ਼ੁੱਡ ਲਿਵ ਕੌਨਸ਼ੀਅਸਲੀ। ਇਹ ਨਹੀਂ ਸੁੱਤੇ ਸਿੱਧੀ ਤੁਰੇ ਆਏ। ਸੈਲਫ ਐਕਸੈਪਟੈਂਸ, ਆਪਣੇ ਆਪ ਨੂੰ ਸਵੀਕਾਰ ਕਰੋ, ਆਪਣੇ ਗੁਨਾਹ ਅਤੇ ਔਗੁਣਾਂ ਦੇ ਨਾਲ ਆਪਣੇ ਆਪ ਨੂੰ ਲਾਹਨਤਾਂ ਨਾ ਪਾਓ। ਥਰਡ ਕੀ ਸੀ, ਸੈਲਫ ਰਿਸਪੋਂਸਿਬਿਲਿਟੀ, ਕਿ ਤੁਸੀਂ ਖੁਦ ਮੰਨੋ ਕਿ ਜੋ ਵੀ ਚੋਇਸ ਹੈ ਮੇਰੀ ਹੈ, ਜੋ ਵੀ ਡਿਸੀਜਨ ਹੈ ਮੇਰਾ ਹੈ। ਬਹੁਤ ਵਾਰੀ ਅਸੀਂ ਦੂਜਿਆਂ ਦੇ ਉੱਪਰ ਬਲੇਮ ਕਰਦੇ। ਨੈਕਸਟ ਦੇਖੋ ਹੁਣ ਸੈਲਫ ਅਸਰਟਿਵਨੈਸ। ਸੋ ਚੌਥਾ ਗੁਣ ਕਿਹੜਾ ਅਪਣਾਉਣ ਵਾਲਾ ਜਿਹਦੇ ਨਾਲ ਤੁਹਾਡੇ ਅੰਦਰ ਸੈਲਫ ਐਸਟੀਮ ਆਏਗੀ, ਸੈਲਫ ਅਸਰਟਿਵਨੈਸ। ਸੋ ਸੈਲਫ ਅਸਰਟਿਵਨੈਸ ਮੀਨਸ ਕਿ ਜਦੋਂ ਤੁਸੀਂ ਵਾਕਈ ਕਹਿੰਦੇ ਹੋ ਕਿ ਮੇਰਾ ਕੋਈ ਹੋਂਦ, ਮੇਰਾ ਕੋਈ ਅਸਤਿਤਵ ਹੈ ਅਤੇ ਮੈਂ ਇਹਨਾਂ ਚੀਜ਼ਾਂ ਦੀ ਹੱਕਦਾਰ ਹਾਂ, ਦੈਟ ਇਜ਼ ਸੈਲਫ ਅਸਰਟਿਵਨੈਸ। ਦੇਖੋ ਇਹਨੂੰ ਹੁਣ, to be self-assertive is to honor our wants and needs and look for their appropriate forms of expression in reality. So to be self-assertive ਦਾ ਮਤਲਬ ਕੀ ਹੈ, ਜਦੋਂ ਤੁਸੀਂ ਕੀ ਮੰਨ ਕੇ ਚੱਲਦੇ ਹੋ ਕਿ ਮੈਂ ਵੀ ਇੱਕ ਵਿਅਕਤੀ ਹਾਂ ਅਤੇ ਮੈਨੂੰ ਵੀ ਹਰ ਚੀਜ਼ ਦਾ ਮੈਂ ਹੱਕਦਾਰ ਹਾਂ। To be willing to be who we are and allow others to see it. To stand up for our convictions, values and feelings. So ਜਦੋਂ ਇੰਨਾ ਕੁ ਵਿਸ਼ਵਾਸ ਰੱਖ ਕੇ ਕਿ ਆਈ ਐਮ ਸਮਥਿੰਗ, ਟੂ ਬੀ ਵਿਲਿੰਗ ਟੂ ਬੀ ਹੂ ਵੀ ਆਰ ਐਂਡ ਅਲਾਓ ਅਦਰਸ ਟੂ ਸੀ ਇਟ। ਸੋ ਬਾਕੀਆਂ ਦੇ ਸਾਹਮਣੇ ਵੀ ਆਪਣੀ ਹੋਂਦ ਰੱਖੋ ਅਤੇ ਇਹ ਵੀ ਦੂਸਰਿਆਂ ਨੂੰ ਕਲੀਅਰ ਕਰੋ ਕਿ ਆਈ ਆਲਸੋ ਨੀਡ ਥਿੰਗਸ ਐਂਡ ਆਈ ਆਲਸੋ ਡਿਜ਼ਰਵ ਥਿੰਗਸ। ਟੂ ਸਟੈਂਡ ਅਪ ਫॉर ਆਵਰ ਕਨਵਿਕਸ਼ਨਸ, ਵੈਲਿਊਜ਼ ਐਂਡ ਫੀਲਿੰਗਸ। ਟੂ ਸਟੈਂਡ ਅਪ ਫॉर ਮੀਨਸ ਕਿ ਆਪਣੇ ਵਿਸ਼ਵਾਸ ਜਿਹੜੇ ਹੈਗੇ ਉਹਨਾਂ ਨਾਲ ਅਤੇ ਆਪਣੀਆਂ ਜਿਹੜੀਆਂ ਤੁਹਾਡੇ ਵੈਲਿਊਜ਼ ਹੈ ਅਤੇ ਆਪਣੀਆਂ ਫੀਲਿੰਗਸ ਇਹ ਜ਼ਾਹਿਰ ਕਰੋ ਅਤੇ ਉਹਨਾਂ ਨੂੰ ਲੋਕਾਂ ਨੂੰ ਵੀ ਉਹਨਾਂ ਦੇ ਸਾਹਮਣੇ ਵੀ ਇਹ ਜ਼ਾਹਿਰ ਕਰੋ ਦੈਟ ਯੂ ਹੈਵ ਦੀਜ਼ ਵੈਲਿਊਜ਼ ਐਂਡ ਫੀਲਿੰਗਸ ਐਂਡ ਯੂ ਆਲਸੋ ਡਿਜ਼ਰਵ ਹੈਪੀਨੈਸ। ਸੋ ਬਹੁਤ ਵਾਰੀ ਅਸੀਂ ਜਦੋਂ ਸਾਡੀ ਲੋ ਸੈਲਫ ਐਸਟੀਮ ਹੁੰਦੀ ਹੈ, ਵੀ ਆਰ ਆਲਵੇਜ਼ ਰੈਡੀ ਟੂ ਮੇਕ ਸੈਕਰੀਫਾਈਸਿਸ। ਨੈਕਸਟ ਦੇਖੋ 6 ਪਰਸਨਲ ਇੰਟੈਗਰਿਟੀ। So personal integrity means to live with integrity is to have principles of behavior to which we remain loyal in action, to keep our promises and honor our commitments, to walk our talk. So personal integrity ਦਾ ਮਤਲਬ ਕੀ ਹੈ? In other words, to work honestly even when no one is looking. So personal integrity ਕੀ ਹੈਗੀ ਕਿ ਤੁਸੀਂ ਬੋਦਰ ਨਹੀਂ ਕਰਦੇ whether when you are doing a job, you do not bother whether the boss is around, whether the supervisor is around. That is personal integrity. ਠੀਕ ਕਿ ਤੁਸੀਂ ਭਾਵੇਂ ਕੋਈ ਦੇਖ ਰਿਹਾ ਭਾਵੇਂ ਨਹੀਂ ਦੇਖ ਰਿਹਾ, ਤੁਸੀਂ ਸਹੀ ਤਰੀਕੇ ਨਾਲ ਜਦੋਂ ਚੱਲਦੇ ਹੋ। ਦੇਖੋ to live with integrity is to have principles of behavior, ਤੁਹਾਡੇ ਸਿਧਾਂਤ ਹੈਗੇ to which we remain loyal in action, ਕਿ ਭਾਵੇਂ ਕੋਈ ਦੇਖ ਰਿਹਾ ਭਾਵੇਂ ਨਹੀਂ ਦੇਖ ਰਿਹਾ, ਮੈਂ ਕੰਮ ਕਰਨਾ ਹੀ ਹੈਗਾ, ਸਹੀ ਤਰੀਕੇ ਦੇ ਨਾਲ ਕਰਨਾ। ਇਹਨੂੰ ਆਪਾਂ ਕੀ ਕਹਿੰਦੇ, ਪਰਸਨਲ ਇੰਟੈਗਰਿਟੀ। ਟੂ ਕੀਪ ਆਵਰ ਪ੍ਰੋਮਿਸਿਸ ਐਂਡ ਔਨਰ ਆਵਰ ਕਮਿਟਮੈਂਟਸ, ਕਿ ਅਸੀਂ ਆਪਣੇ ਪ੍ਰੋਮਿਸਿਸ ਕਰਨੇ ਹੈ, ਪੂਰੇ ਕਰਨੇ ਹੈ, ਅਤੇ ਜੋ ਸਾਡਾ ਫਰਜ਼ ਹੈ, ਕਮਿਟਮੈਂਟ ਹੈ ਕਿਸੇ ਦੇ ਨਾਲ ਵੀ, ਉਹ ਅਸੀਂ ਪੂਰੀ ਕਰਨੀ ਹੈ। ਟੂ ਵਾਕ ਆਵਰ ਟਾਕ, ਕਿ ਸਿਰਫ ਗੱਲਾਂ ਹੀ ਨਹੀਂ ਕਰਨੀਆਂ, ਉਹ ਕੰਮ ਕਰਕੇ ਵੀ ਦਿਖਾਣਾ ਹੈ। ਸੋ ਨਾਓ ਆਈ ਮੇਕ ਐਨ ਐਂਡ ਟੂਮੋਰੋ we'll finish this